ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ ਬਾਣੀ ਗੁਰੂ। ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਪਹਿਲਾ। ਸੁਣੀ ਦੇਹ ਡਰਾਮਣੀ ਜਾਂ ਜੀਉ ਵਿੱਚੋਂ ਜਾਏ। ਪਾਹੇ ਬਲੰਦੀ ਵਿਜਵੀ ਤੂੰ ਨਾਨਕ ਸਿਓ ਕਾਏ। ਪੰਚੇ ਰੁਨੇ ਦੁਖ ਭਰੇ ਬਿਨ ਸੇ ਦੂਜੈ ਪਾਏ। ਮੂੜੇ ਰਾਮ ਜਪੋ ਗੁਣ ਸਾਰ ਹਾਂ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ। ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲਗ। ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ। ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦ ਠਗ। ਮੋਈ ਪ੍ਰੀਤ ਪਿਆਰ ਗਿਆ ਮੋਆ ਵੈਰ ਵਿਰੋਧ।
ਧੰਦਾ ਥਕਾ ਹਉ ਮੋਈ, ਮਮਤਾ ਮਾਇਆ ਕ੍ਰੋਧ, ਕਰਮ ਮਿਲੈ ਸਚ ਪਾਈਐ, ਗੁਰਮੁਖ ਸਦਾ ਨਿਰੋਧ, ਸੱਚੀ ਕਾਰ ਸਚ ਮਿਲੈ, ਗੁਰਮਤਿ ਪਲੈ ਪਾਏ, ਸੋ ਨਰ ਜਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪਰਦਾਨ ਸੋ, ਦਰਗਹਿ ਪੈਂਦਾ ਜਾਏ, ਸੱਚੀ ਕਾਰ ਸਚ ਮਿਲੈ, ਗੁਰਮਤਿ ਪਲੈ ਪਾਏ, ਸੋ ਨਰ ਜਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪਰਦਾਨ ਸੋ, ਦਰਗਹਿ ਪੈਂਦਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਅੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 19 ਅੰਗ ਤੇ ਦਰਜ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਭਾਈ ਸਤਨਾਮ ਸਿੰਘ ਜੀ ਰਾਜਪੁਰਾ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਸਮਾਂ ਭਾਈ ਸਾਹਿਬ ਜੀ ਦਾ ਸਾਡੇ ਪਾਸ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 22 ਤਰੀਕ ਨੂੰ ਹੈ, ਜੋ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਣਾ ਹੈ। 20 ਤਰੀਕ ਪਰਸੋਂ ਸ਼ਾਮ ਨੂੰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 12 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਸਰੋਵਰ ਦੀ ਪਰਿਕਰਮਾ ਵਿੱਚ ਹੋਣਗੇ। 21 ਤਰੀਕ ਸ਼ਾਮ ਦੇ ਸਮਾਗਮ ਸੀਸਗੰਜ ਸਾਹਿਬ ਹੋਣਗੇ। 22 ਤਰੀਕ ਨੂੰ ਬੰਗਲਾ ਸਾਹਿਬ ਲੱਖਾਂ ਦੀ ਗਿਣਤੀ ਵਿੱਚ ਆ ਕੇ ਸੰਗਤ ਨੇ ਮੱਥਾ ਟੇਕਣਾ ਹੈ। ਸੋ ਜਿੰਨੇ ਵਲੰਟੀਅਰ ਨੇ, ਵੀਰ ਭੈਣਾਂ, ਸਭ ਨੂੰ ਬੇਨਤੀ ਹੈ
कि जो आप जी ने सेवा के वास्ते कार्ड प्राप्त किया है, 21 शाम तो लैके 20 रात तक वध तो वध समा आके हाजरी भरो। आओ आपां संगत नूं मत्था टिकाउण विच मदद कर सकीए, जोड़े जमा हो सकन, किसी का समान चोरी ना होवे, थोड़े समय विच बहुती संगत मत्था टेक सके, ये साडी सब तो वड्डी जिम्मेवारी है। सो मैं लंगरां वालियां नूं भी बेनती करांगा कि कोई भी वखरा स्टाल लाउण दी खेचल ना करे। सेवावां बंगला साहब लंगर विच आके आप जी करो, ताकि सफाई भी रहे और सुनेहा भी वड्डा जाए कि बंगला साहब गए सी। अज उत्थे गुरु पातशाह जी दे प्रकाश गुरपुरब ते बेअंत पदार्थ लंगर विच बने सन। सफाई का ध्यान रखिए, डिसिपलिन का ध्यान रखिए, पार्किंग ठीक हो सके सब दी। आओ सारे रल के गुरु पातशाह जी दियां बख्शिशां दे पात्र बनीए। अगले समय वास्ते आप जी गुरबाणी विचार सरवण करो। वाहिगुरु जी का खालसा, वाहिगुरु जी की फतेह। ओंकार सतनाम करता पुरख निरभउ निर्वैर अकाल मूरत अजूनी सैभं गुर प्रसाद बेशुमार अथा अगनत अतुल ज्यों बिलाव त्यों नानक दास बोले। तू सुल्तान कहा हामिया, तेरी कमन वडाई। जो तुम देह सो कहा स्वामी, मैं मूर्ख कहन न जाय। जो तुम देह सो कहा स्वामी, मैं मूर्ख कहन न जाय। जुग जुग अटल। धन 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 साहिब श्री गुरु ग्रंथ साहिब महाराज सच्चे पातशाह जी दी पावन पवित्र दिन की गोद च शोभायमान परम सत्कारयोग गुरु रूप गुरु प्यारी गुरु सवारी साध संगत जी हो, आप जी वड भागी हो। जो अमृत वेले तो धन 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 साहिब श्री गुरु हरकृष्ण साहिब महाराज सच्चे पातशाह जी के पावन स्थान गुरुद्वारा बंगला साहब विखे हाजरियां भर के अमृतमई बाणी आनंदमई बाणी दे आनंद माण रहे हो।
ਬੜੀ ਭਾਵਨਾ ਸਤਿਕਾਰ ਦੇ ਨਾਲ ਆਪ ਜੀ ਨੇ ਗੁਰਬਾਣੀ ਦੇ ਹਰ ਜਸ ਕੀਰਤਨ ਸਰਵਣ ਕੀਤੇ ਉਪਰੰਤ ਪੰਥ ਦੇ ਮਹਾਨ ਵਿਦਵਾਨ ਇਸ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਪਾਸੋਂ ਅੱਜ ਦੇ ਪਾਵਨ ਸ਼ਬਦ ਲੜੀਵਾਰ ਸ਼ਬਦ ਦੇ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ, ਆਪਾਂ ਨੂੰ ਇਹ ਸੁਭਾਗ ਬਖਸ਼ਿਆ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਣ ਦਾ, ਗੁਰੂ ਦਾ ਜਸ ਕਰਨ ਦਾ, ਗੁਰੂ ਦੀ ਮਹਿਮਾ ਕਰਨ ਦਾ। ਔਰ ਵੱਡੇ ਭਾਗਾਂ ਦਾ ਸਦਕਾ ਇਹ ਸੁਭਾਗ ਮਿਲਦਾ ਹੈ। ਮਨੁੱਖਾ ਜਨਮ ਸਾਨੂੰ ਪ੍ਰਾਪਤ ਹੀ ਇਸੇ ਵਾਸਤੇ ਹੋਇਆ ਹੈ। ਨਿਤਾ ਪ੍ਰਤੀ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕੱਲਾ ਪੜ੍ਹਦੇ ਹੀ ਹਾਂ ਜਾਂ ਇਹਨੂੰ ਸਮਝਣ ਦਾ ਵੀ ਯਤਨ ਕੀਤਾ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ ਉਹ ਇਸੇ ਵਿਸ਼ੇ ਤੇ ਆਧਾਰਿਤ ਹੈ। ਆਓ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਵਾਂਝੀ ਨਾ ਰਵੇ। ਪ੍ਰੇਮ ਸਤਿਕਾਰ ਸਹਿਤ ਕਹਿਣਾ ਕਰ ਲਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਅਰਜ਼ ਕਰ ਰਿਹਾ ਸੀ, ਸਤਿਗੁਰੂ ਜੀ ਦਾ ਬਚਨ ਹੈ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇਰੀ ਵਾਰੀ ਹੈ ਗੋਬਿੰਦ ਨੂੰ ਮਿਲਣ ਵਾਸਤੇ, ਰੱਬ ਨੂੰ ਮਿਲਣ ਵਾਸਤੇ ਤੈਨੂੰ ਇਹ ਮਨੁੱਖਾ ਜਨਮ ਰੂਪੀ ਵਾਰੀ ਮਿਲੀ ਹੈ। ਅੱਜ ਵੀ ਸਤਿਗੁਰੂ ਜੀ ਨੇ ਕਿਹਾ ਮੂੜੇ ਕਿ ਮੂਰਖ ਪਰਮੇਸ਼ਰ ਦਾ ਨਾਮ ਜਪ, ਵਾਹਿਗੁਰੂ ਦਾ ਨਾਮ ਜਪ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰ। ਮੂੜੇ ਰਾਮ ਜਪੋ ਗੁਣ ਸਾਰ, ਉਹਦੇ ਗੁਣਾਂ ਦੀ ਸੰਭਾਲ ਕਰ ਆਪਣੇ ਜੀਵਨ ਵਿੱਚ। ਪਰਮੇਸ਼ਰ ਦੇ ਗੁਣਾਂ ਨੂੰ ਸਾਂਭਣਾ ਹੈ, ਤੇ ਗੁਣ ਕਿਵੇਂ ਸਾਂਭਣੇ ਜਾਣਗੇ ਜੇ ਉਹਨੂੰ ਚੇਤੇ ਕੀਤਾ ਜਾਵੇਗਾ, ਯਾਦ ਕੀਤਾ ਜਾਵੇ, ਕਿਉਂਕਿ ਹਰ ਬਿਸਰਤ ਤੇਰੇ ਗੁਣ ਗਲਿਆ। ਹਰੀ ਨੂੰ ਬਸਾਰਤਾ, ਰੱਬ ਨੂੰ ਬਸਾਰਤਾ ਤੇ ਗੁਣ ਖਤਮ ਹੋ ਜਾਣਗੇ, ਮੁੱਕ ਜਾਣਗੇ। ਜਿਵੇਂ ਜਿਵੇਂ ਤੂੰ ਰੱਬ ਤੋਂ ਦੂਰ ਹੁੰਦਾ ਜਾਵੇਂਗਾ, ਭੁੱਲਦਾ ਜਾਵੇਂਗਾ। ਜਿਨ੍ਹਾਂ ਦੀ ਗੱਲ ਸਤਿਗੁਰੂ ਜੀ ਨੇ ਕੀਤੀ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਹੈ ਤੇ ਹੈ, ਪਰ ਗੁਰੂ ਦੀ ਸਿੱਖਿਆ ਹੀ ਨਹੀਂ ਸੁਣੀ, ਗੁਰੂ ਦੀ ਗੱਲ ਹੀ ਨਹੀਂ ਸੁਣੀ, ਗੁਰੂ ਦੀ ਗੱਲ ਤੇ ਧਿਆਨ ਹੀ ਨਹੀਂ ਦਿੱਤਾ। ਪਰ ਸੁਣੀ, ਮੰਨੀ ਨਹੀਂ। ਮੰਨੀ ਹੈ, ਕਮਾਈ ਨਹੀਂ। ਸਤਿਗੁਰੂ ਜੀ ਨੇ ਸ਼ਬਦ ਵਰਤਿਆ, ਮੂਰਖ ਮੂੰਹ ਦੀ ਰੱਖਣ ਵਾਲਾ, ਜਿਹੜਾ ਕੇਵਲ ਆਪਣੇ ਮੂੰਹ ਦੀ ਰੱਖਦਾ ਹੈ, ਆਪਣੀ ਹੀ ਰੱਖਦਾ ਹੈ, ਦੂਜੇ ਦੀ ਸੁਣ ਕੇ ਰਾਜੀ ਨਹੀਂ ਹੋ। ਬਸ ਜੋ ਮੈਂ ਕਹਤਾ ਉਹ ਠੀਕ ਹੈ, ਮੂੰਹ ਪ੍ਰਸ ਰੱਖ। ਸਤਿਗੁਰੂ ਕਹਿੰਦੇ ਮੂਰਖਾ, ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦੇ ਗੁਣਾਂ ਦੀ ਆਪਣੇ ਹਿਰਦੇ ਦੇ ਅੰਦਰ ਸੰਭਾਲ ਕਰ, ਆਪਣੇ ਮਨ ਦੇ ਅੰਦਰ ਸੰਭਾਲ ਕਰ। ਤੇ ਸਤਿਗੁਰੂ ਜੀ ਨੇ ਜਦੋਂ ਝਾਤੀ ਮਾਰੀ ਨਾ ਜਗਤ ਅੰਦਰ, ਸੰਸਾਰ ਅੰਦਰ, ਵੇਖਿਆ, ਆਖਣ ਲੱਗੇ ਹਉਮੈ
ਮਮਤਾ ਮੋਹਣੀ, ਹਉਂ ਦੇ ਵਿੱਚ, ਮੈਂ ਦੇ ਵਿੱਚ, ਮਮਤਾ ਮੋਹ ਦੇ ਵਿੱਚ, ਮਮਤਾ ਆਪਣਤ, ਸੰਸਾਰ ਦੀ ਮਮਤਾ, ਪਰਿਵਾਰ ਦੀ ਮਮਤਾ, ਘਰ ਦੀ ਮਮਤਾ। ਇਹ ਸਾਰੇ ਸੰਸਾਰ ਨੂੰ ਮੋਹ ਮਾਇਆ ਮਮਤਾ ਠੱਗੀ ਜਾ ਰਹੀ ਹੈ। ਹੁਣ ਅਸੀਂ ਮਾਣ ਕਰਦੇ ਹਾਂ ਇਸ ਤਨ ਦਾ, ਮਾਣ ਕਰਦੇ ਹਾਂ ਗਿਆਨ ਇੰਦਰੀਆਂ ਦਾ, ਇਸ ਦੇਹ ਦਾ ਮਾਣ ਕਾਹਦਾ, ਸਰੀਰ ਦਾ ਮਾਣ ਕਾਹਦਾ। ਭਗਤ ਫਰੀਦ ਜੀ ਨੂੰ ਪੁੱਛੋ, ਕਹਿੰਦੇ ਦੇਹ ਦਾ ਮਾਣ ਨਾ ਕਰੀ, ਸਰੀਰ ਦਾ ਮਾਣ ਨਾ ਕਰੀ। ਅੱਜ ਕੱਲ੍ਹ ਦੇ ਵਿੱਚ ਬਿਨਸ ਜਾਣ ਵਾਲਾ ਹੈ, ਮੁੱਕ ਜਾਣ ਵਾਲਾ ਹੈ। ਜਿਤ ਦਿਹਾੜੇ ਧਨ ਵਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਂਦਾ, ਮੋਹ ਦਖਾਲਿਆ ਹੈ। ਜਿਹੜਾ ਸੁਣੀਂਦਾ ਸੀ, ਸੁਣਿਆ ਸੀ ਵੀ ਮੌਤ ਦਾ ਕੋਈ ਫਰਿਸ਼ਤਾ ਹੈ ਜਿਹੜਾ ਇਸ ਜਿੰਦ ਨੂੰ ਲੈਣ ਵਾਸਤੇ ਆਉਂਦਾ ਹੈ, ਸਰੀਰ ਨੂੰ ਨਹੀਂ, ਜਿੰਦ ਨੂੰ ਲੈਣ ਵਾਸਤੇ ਆਉਂਦਾ ਹੈ। ਤੇ ਜਿਹੜਾ ਇਸ ਜਿੰਦ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢ ਲੈਂਦਾ ਹੈ, ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਤੇ ਮਾਣੀ ਜਿੰਦ ਨੂੰ ਜਦੋਂ ਕੱਢ ਲਿਆ ਤੇ ਸਤਿਗੁਰੂ ਜੀ ਆਖਣ ਲੱਗੇ, ਜਦੋਂ ਜਿੰਦ ਵਿੱਚੋਂ ਭੌਰ, ਸਰੀਰ ਵਿੱਚੋਂ ਭੌਰ ਨਿਕਲ ਗਿਆ, ਜਿੰਦ ਨਿਕਲ ਗਈ, ਤੇ ਇਹ ਸੁੰਨਾ ਹੋ ਗਿਆ, ਖਾਲੀ ਹੋ ਗਿਆ। ਹੁਣ ਇਸ ਤਰ੍ਹਾਂ ਵੀ ਕਈ ਵਾਰੀ ਹੁੰਦਾ ਵੀ ਉਹੀ ਮਨੁੱਖ ਘੰਟਾ 2 ਘੰਟੇ ਆਪਾਂ ਨੂੰ ਬੜੇ ਪਿਆਰ ਨਾਲ ਮਿਲਿਆ, ਗਲਵੱਕੜੀ ਪਾ ਕੇ ਮਿਲਿਆ, ਪਰ 2 ਘੰਟਿਆਂ ਬਾਅਦ ਪਤਾ ਲੱਗਾ ਉਹ ਮਨੁੱਖ ਜਿਹੜਾ ਮਿਲਿਆ ਸੀ, ਗਲਵੱਕੜੀ ਪਾ ਕੇ ਮਿਲਿਆ ਸੀ, ਬੜੇ ਪਿਆਰ ਦੇ ਨਾਲ ਮਿਲਿਆ ਸੀ, ਉਹ ਤੇ ਸਰੀਰ ਛੱਡ ਗਿਆ। ਜਾਂਦੇ ਆ, ਸਰੀਰ ਤੇ ਪਿਆ ਹੋਇਆ ਪਰ ਉਹ ਗਲਵੱਕੜੀ ਨਹੀਂ ਪਾ ਸਕਦੇ। ਡਰਾਵਣੀ ਦੇਵ ਦਾ ਭਾਵ ਹੈ, ਸੁੰਨੀ ਦੇ ਡਰਾਵਣੀ ਦਾ ਜੋ ਭਾਵ ਅਰਥ ਕੀਤੇ ਨੇ, ਬਹੁਤ ਆਤ ਵਿੱਚ ਇਸ ਤਰ੍ਹਾਂ ਵੀ ਹੁੰਦਾ ਵੀ ਸ਼ਾਇਦ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਤੇ ਉਹ ਭੂਤ ਪ੍ਰੇਤ ਆਦਿਕ ਬਣ ਗਿਆ। ਨਹੀਂ, ਕਿ ਜਦੋਂ ਸੁੰਨੀ ਖਾਲੀ ਜਿੰਦ ਤੋਂ ਬਗੈਰ ਸਰੀਰ ਪਿਆ ਹੋਇਆ, ਕਿ ਉਸ ਸਰੀਰ ਦੇ ਨਾਲ ਓਨਾ ਹੀ ਨੇਹ ਹੈ ਜਿੰਨਾ ਪਹਿਲਾਂ ਸੀ, ਓਨਾ ਹੀ ਪਿਆਰ ਹੈ ਜਦੋਂ ਉਸ ਵਿੱਚ ਜਿੰਦ ਸੀ, ਜਦੋਂ ਸੁੰਨਾ ਨਹੀਂ ਸੀ, ਖਾਲੀ ਨਹੀਂ ਸੀ, ਕਿ ਉਦੋਂ ਵੀ ਓਨਾ ਹੀ ਪਿਆਰ ਸੀ। ਜਵਾਬ ਮਿਲੇਗਾ ਨਹੀਂ, ਉਦੋਂ ਜ਼ਿਆਦਾ ਪਿਆਰ ਸੀ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਕੀਆਂ ਦੀ ਤੇ ਗੱਲ ਛੱਡੋ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਵੀ ਨੇੜੇ ਨਹੀਂ ਟੁਕਦੀ, ਨਜ਼ਦੀਕ ਨਹੀਂ ਟੁਕਦੀ, ਉਹ ਵੀ ਕਹਿੰਦੀ, ਸਲਾਹਾਂ ਵਿੱਚ ਪੈਂਦੀ ਵੀ ਇਹਨੂੰ ਆਪਾਂ ਹੁਣ ਲੈ ਕੇ ਕਦੋਂ ਜਾਣਾ ਹੈ, ਕਿਉਂਕਿ ਸਰੀਰ ਸੁੰਨਾ ਪਿਆ, ਖਾਲੀ ਪਿਆ। ਤੇ ਸਤਿਗੁਰੂ ਕਹਿੰਦੇ, ਉਹ ਸੁੰਨੀ ਦੇਹ ਜਿਹੜੀ ਡਰਾਵਣੀ ਲੱਗਦੀ ਹੈ, ਤੂੰ ਇਸ ਦੇਹ ਦਾ ਮਾਣ ਕਰਦਾ, ਤੂੰ ਇਸ ਸਰੀਰ ਦਾ ਮਾਣ ਕਰਦਾ ਹੈ, ਇਹ ਤੇ ਸੁੰਨੀ ਹੋ ਜਾਣੀ ਹੈ, ਇਹ ਤੇ ਖਾਲੀ ਹੋ ਜਾਣੀ ਹੈ। ਤੇ ਜਦੋਂ ਇਹ ਖਾਲੀ ਹੋ ਗਈ, ਉਦੋਂ ਇਹਨੂੰ ਜਲਾ ਕੇ ਰਾਖ ਕਰ ਦਿੱਤਾ ਜਾਣਾ ਹੈ।
ਦੂਜੇ ਅਰਥ ਅੰਤਰ ਭਾਵ ਦੇ। ਉਹ ਦੇਹ ਸੁਣੀ ਹੈ ਜਿਹੜੀ ਬੰਦਗੀ ਤੋਂ ਵਾਂਝੀ ਹੈ। ਜਿਸ ਤਰ੍ਹਾਂ ਜਿਸ ਘਰ ਦੇ ਵਿੱਚ ਕੋਈ ਵਸਦਾ ਨਾ ਹੋਵੇ, ਗੁਰਬਾਣੀ ਦੇ ਵਿੱਚ ਇਹ ਉਦਾਹਰਣ ਵੀ ਦਿੱਤੀ, ਜਿਉ ਸੁਣਿਆ ਘਰ ਕਾਉ। ਕਾਵੀ ਉੱਥੇ ਜਾ ਕੇ ਬਵੇ ਤੇ ਉਹਨੂੰ ਕੁਛ ਪ੍ਰਾਪਤ ਨਹੀਂ ਹੁੰਦਾ, ਮਿਲਦਾ ਨਹੀਂ। ਬਾਣੀ ਤੋਂ ਬਗੈਰ, ਤਾਂ ਹੀ ਤੇ ਸਤਿਗੁਰੂ ਜੀ ਨੇ ਕਿਹਾ, ਮੁੜੇ ਰਾਮ ਜਪੋ ਗੁਣਸਾਰ। ਪਰਮੇਸ਼ਰ ਦਾ ਨਾਮ ਜਪ। ਦਾਸ ਨੇ ਆਰੰਭਤਾ ਕੀਤੀ ਸੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਦੇਹੀ ਦਾ, ਇਸ ਸਰੀਰ ਦਾ ਮਾਣ ਨਾ ਕਰੀਏ, ਬਿਨਸ ਜਾਣਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਸੁਣੀ ਦੇ ਡਰਾਵਣੀ, ਜਾਂ ਜੀਓ ਵਿੱਚੋਂ ਜਾਏ। ਕਦੋਂ? ਜਦੋਂ ਜਿੰਦ ਨਿਕਲ ਗਈ, ਜਦੋਂ ਜਾਨ ਨਿਕਲ ਗਈ, ਸਰੀਰ ਸੁੰਨਾ ਪਿਆ ਹੋਇਆ, ਦੇਹ ਸੁੰਨੀ ਪਈ ਹੈ। ਪਾਹੇ ਬਲੰਦੀ ਵਿੱਚ ਵੀ, ਜਿਹੜੀ ਅੱਗ ਬਲਦੀ ਪਈ ਸੀ ਸਵਾਸਾਂ ਦੀ ਅੰਦਰ, ਉਹ ਬੁਝ ਗਈ, ਵਿਜ ਵੀ ਬੁਝ ਗਈ। ਪਾਹੇ ਕਹੀਏ ਅੱਗ ਨੂੰ, ਬਲੰਦੀ ਬਲਦੀ ਹੋਈ ਵਿਜ ਵੀ ਬੁਝ ਗਈ। ਧੂ ਨਾ ਨਿਕਸਿਓ ਕਾਏ। ਹੁਣ ਸਵਾਸਾਂ ਰੂਪੀ ਧੂੰਆਂ ਨਹੀਂ ਨਿਕਲਦਾ ਪਿਆ। ਜਦੋਂ ਅੱਗ ਹੀ ਬੁਝ ਜਾਏ ਫਿਰ ਧੂੰਆਂ ਨਿਕਲਦਾ। ਧੂ ਨਾ ਨਿਕਸਿਓ ਕਾਏ। ਹੁਣ ਪੰਚੇ ਰੁੰਨੇ ਦੁੱਖ ਭਰੇ, ਇਸਨੂੰ ਨੋਟ ਕਰਿਓ। ਪੰਜੇ ਗਿਆਨ ਇੰਦਰੀ, ਨੇਤਰ ਨੇ, ਕੰਨ ਨੇ, ਰਸਨਾ ਏ, ਨਾਸਕਾ ਏ, ਤਵਚਾ ਹੈ। ਇਹ ਰੋਂਦੇ ਨੇ। ਕਾਰਨ ਕੀ ਹੋਏ? ਇਹ ਵੀ ਖਤਮ ਹੋ ਗਏ। ਨੇਤਰ ਰੋਂਦੇ ਨੇ, ਅਸੀਂ ਸ਼ੁਭ ਕਰਮ ਕਿਉਂ ਨਹੀਂ ਕੀਤਾ ਕੋਈ। ਕੰਨ ਰੋਂਦੇ ਨੇ, ਅਸੀਂ ਕੋਈ ਜਸ ਨਹੀਂ ਸੁਣਿਆ। ਔਰ ਬਾਰ-ਬਾਰ ਸਤਿਗੁਰੂ ਜੀ ਨੇ ਅੰਮ੍ਰਿਤਮਈ ਬਾਣੀ ਅੰਦਰ ਮਨੁੱਖ ਨੂੰ ਮੱਤ ਦੇਣ ਵਾਸਤੇ ਇਹਨਾਂ ਗਿਆਨ ਇੰਦਰੀਆਂ ਨੂੰ ਸੰਬੋਧਨ ਕੀਤਾ। ਆਨੰਦ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। ਹਲੂਣਾ ਤੇ ਰੋਜ਼ ਦਿੰਦੇ ਆ, ਜਿਹੜੇ ਆਨੰਦ ਸਾਹਿਬ ਦੀ ਸੰਪੂਰਨ ਬਾਣੀ, ਪੰਜ ਬਾਣੀਆਂ ਦਾ ਨਿਤਨੇਮ ਕਰਦੇ ਨੇ। ਹਲੂਣਾ ਤੇ ਜ਼ਰੂਰ ਆਉਂਦਾ ਹੋਏਗਾ ਇੱਥੇ ਆ ਕੇ। ਜਦੋਂ ਪੜ੍ਹਦੇ ਹੋਵਾਂਗੇ, ਨੇਤਰੋ ਮੇਰੇ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ। ਸਵਾਲ ਤੇ ਜ਼ਰੂਰ ਹੁੰਦਾ ਹੋਏਗਾ। ਇਹ ਗੱਲ ਵੱਖਰੀ ਹੈ ਵੀ ਬਹੁਤ ਆਤ ਵਿੱਚ ਅਸੀਂ ਆਪਣੇ ਆਪ ਤੇ ਸਵਾਲ ਕਰਦੇ ਹੀ ਨਹੀਂ। ਸਵਾਲ ਹੋਵੇ ਕਿਵੇਂ? ਕਿਉਂਕਿ ਅਸੀਂ ਤੇ ਨਿਤਨੇਮ ਪੂਰਾ ਕਰਨਾ ਬਸ ਸਕਿੰਟਾਂ ਵਿੱਚ। ਅਸੀਂ ਤੇ 20 ਮਿੰਟ ਦੇ ਵਿੱਚ ਪੰਜ ਬਾਣੀਆਂ ਪੜ੍ਹਨੀਆਂ ਜਾਂ 25 'ਚ ਪੜ੍ਹਨੀਆਂ ਨੇ। ਇਸ ਗੱਲ ਨਾਲ ਤੇ ਸਾਨੂੰ ਮਤਲਬ ਹੀ ਕੋਈ ਨਹੀਂ ਵੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਪਏ ਨੇ, ਜਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਪਏ ਨੇ, ਵੀ ਅਸੀਂ ਉਸ ਗੱਲ ਨੂੰ, ਉਸ ਵਿਚਾਰ ਨੂੰ ਵੀ ਪਕੜ ਵਿੱਚ ਲਈਏ ਕਿ ਜੋ ਗੁਰੂ ਕਹਿੰਦਾ ਪਿਆ ਉਸ ਆਪਣੇ ਜੀਵਨ ਵਿੱਚ ਕਮਾਉਂਦੇ ਪਏ ਆ। ਲਾਭ ਤੇ ਤਾਂ ਹੀ ਹੋਏਗਾ ਨਾ ਜੇ ਗੁਰਬਾਣੀ ਨੂੰ ਪੜ੍ਹ ਕੇ, ਉਹਨੂੰ ਸੁਣ ਕੇ, ਉਸ ਨੂੰ ਮੰਨ ਕੇ, ਸੁਣ ਵੀ ਲਿਆ, ਮੰਨ ਵੀ ਲਿਆ, ਪਰ ਮੰਨ ਕੇ ਉੱਥੇ ਉਸ ਰਸਤੇ ਤੇ ਚੱਲੇ ਹੀ ਨਾ। ਰਾਹ ਪਤਾ ਹੈ ਵੀ ਇੱਥੋਂ ਸੀਸਗੰਜ ਸਾਹਿਬ ਜਾਣ ਵਾਸਤੇ ਫਲਾਣਾ ਰਸਤਾ ਹੈ, ਪਰ ਇੱਥੇ ਬੈਠੇ ਗੱਲਾਂ ਕਰੀ ਜਾਈਏ ਤੇ ਤੁਰੀਏ ਹੈ ਨਾ, ਪਹੁੰਚਾਂਗੇ ਕਿਵੇਂ? ਤੁਰਨਾ ਤੇ ਪਵੇਗਾ ਨਾ। ਅਸੀਂ ਗੁਰੂ ਦੀ ਗੱਲ ਕਰਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਮੰਨ ਵੀ ਲੈਂਦੇ ਹਾਂ, ਮੰਨ ਵੀ ਲਿਆ, ਚਲੋ ਇਹ ਗੱਲ ਮੰਨ ਲਈ ਵੀ ਇਹ ਰਸਤਾ ਉੱਧਰ ਜਾਂਦਾ ਹੈ, ਪਰ ਮੰਨ ਕੇ ਉਸ ਮੁਤਾਬਕ ਕੀਤਾ ਨਾ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹ ਲਓ। ਹੁਣ ਪੰਚੇ ਰੋਨੇ ਦੁੱਖ ਭਰੇ, ਪੰਜੇ ਗਿਆਨ ਇੰਦਰੇ, ਕਦੇ ਸੰਬੋਧਨ ਕੀਤਾ? ਪੜ੍ਹਿਆ ਹੀ ਹੈ। ਤੇ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ न मिले सोई। हर का नाम ना जप सगवारा, क्या सोचा है बारंबारा। चाहिदा ਤਾਂ ਇਹ ਸੀ ਵੀ ਸ਼ਬਦ ਦਾ ਚਾਨਣ ਦੀ ਜੀਵਨ ਵਿੱਚ ਹੋ ਜਾਂਦਾ। ਦੀਵਾ ਦੀਵਾ ਪੁਕਾਰਨ ਦੇ ਨਾਲ ਚਾਨਣ ਤਾਂ ਨਹੀਂ ਹੋਣ ਲੱਗਾ। ਆਖੀ ਜਾਈਏ ਦੀਵਾ ਦੀਵਾ ਕਹੀ ਜਾਈਏ ਤੇ ਚਾਨਣ ਹੋ ਸਕਦਾ। ਦੀਵਾ ਤੇ ਜਗਾਉਣਾ ਪਵੇਗਾ, ਜਗਾਉਣ ਨਾਲ ਚਾਨਣ ਹੋਏਗਾ। ਸ਼ਬਦ ਦਾ ਦੀਪਕ ਹੈ ਹਿਰਦੇ ਦੇ ਅੰਦਰ, ਉਹਨੂੰ ਜਗਾਇਆ ਹੀ ਨਹੀਂ ਭਾਵਨਾ ਨਾਲ। ਹੈ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਦੇ ਆਪਣੇ ਆਪ ਨੂੰ ਸੰਬੋਧਨ ਕੀਤਾ ਹੀ ਨਹੀਂ, ਕਦੇ ਆਪਣੇ ਆਪ ਨੂੰ ਪੁੱਛਿਆ ਹੀ ਨਹੀਂ ਵੀ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਹਰ ਬਿਨੇ ਅਵਰ ਨਾ ਦੇਖੋ ਕੋਈ, ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਕਦੇ ਪੁੱਛਿਆ ਹੀ ਨਹੀਂ ਵੀ ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ। ਕਦੇ ਸਵਾਲ ਕੀਤਾ ਹੀ ਨਹੀਂ ਵੀ ਇਹ ਸਰੀਰਾ ਮੇਰੇ ਆ ਇਸ ਜੱਗ ਮੈਂ ਆਏ ਕੈ। ਪੁੱਛਿਆ ਕਦੇ? ਕਿਆ ਤੁਧ ਕਰਮ ਕਮਾਇਆ ਸੁਣੀ ਦੇ ਡਰਾਵਣੀ, ਜਦੋਂ ਹੋਈ ਫੇਰ ਪੰਚੇ ਰੁੰਨੇ ਦੁੱਖ ਭਰੇ। ਤੇ ਫਿਰ ਪਛਤਾਵਾ ਕੀ ਕਰੇਗਾ। ਬਿਨ ਸੇ ਦੂਜੇ ਪਾਏ, ਦੂਜੇ ਭਾਵ ਵਿੱਚ ਸਾਰਾ ਜੀਵਨ ਮਾੜਾ ਵੇਖਣ ਵਿੱਚ, ਮਾੜਾ ਸੁਣਨ ਵਿੱਚ, ਮਾੜਾ ਬੋਲਣ ਵਿੱਚ, ਮਾੜਾ ਸੁੰਘਣ ਵਿੱਚ, ਮਾੜਾ ਸਪਰਸ਼ ਵਿੱਚ ਹੀ ਗੁਜ਼ਾਰ ਦਿੱਤਾ। ਇਹ ਪੰਜ ਗਿਆਨ ਇੰਦਰੇ ਨੇ। ਨੇਤਰਾਂ ਨੇ ਚੰਗਾ ਵੇਖਿਆ ਨਹੀਂ, ਕੰਨਾਂ ਨੇ ਚੰਗਾ ਸੁਣਿਆ ਨਹੀਂ, ਰਸਨਾ ਨੇ ਚੰਗਾ ਬੋਲਿਆ ਨਹੀਂ, ਨਾਸਕਾ ਦੁਰਗੰਧੀਆਂ ਦੇ ਵਿੱਚ ਹੀ ਪਈ ਰਹੀ, ਤਵਚਾ ਹੋਰ ਕਰਮਾਂ ਦੇ ਵਿੱਚ ਲੱਗੀ ਰਹੀ। ਤਾਂ ਇਹ ਪੰਚੇ ਰੋਨੇ ਦੁੱਖ ਭਰੇ, ਬਿਨ ਸਹਿ ਦੂਜੈ ਪਾਏ। ਸਤਿਗੁਰ ਕਹਿੰਦੇ ਮੂੜੇ ਰਾਮ ਜਪੋ, ਗੁਣਸਾਰ ਪਰਮੇਸ਼ਰ ਦਾ ਨਾਮ ਜਪ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਸੰਭਾਲ, ਨਹੀਂ ਤਾਂ ਸਾਰਾ ਸੰਸਾਰ, ਸਾਰਾ ਜਗਤ, ਹਉਮੈ ਮਮਤਾ ਮੋਹਣੀ ਸਭ ਮੁੱਠੀ, ਹੰਕਾਰ, ਇਹ ਜਿੰਨੇ ਰੋਗ ਦੱਸੇ ਨਾ ਸਤਿਗੁਰੂ ਜੀ ਨੇ, ਹਉਮੈ ਦਾ ਰੋਗ ਹੈ, ਮਮਤਾ ਦਾ ਰੋਗ ਹੈ, ਮਾਇਆ ਦਾ ਰੋਗ ਹੈ, ਹੰਕਾਰ ਦਾ ਰੋਗ ਹੈ। ਕੋਈ ਹੰਕਾਰ ਵਿੱਚ ਠੱਗਿਆ ਜਾ ਰਿਹਾ ਹੈ, ਕੋਈ ਮੋਹ ਵਿੱਚ ਠੱਗਿਆ ਜਾ ਰਿਹਾ ਹੈ। ਸਾਰਾ ਸੰਸਾਰ, ਸਤਿਗੁਰੂ ਜੀ ਨੇ ਇੱਕ ਦੀ ਗੱਲ ਕੀਤੀ ਨਹੀਂ, ਉਹ ਸਭ ਮੁੱਠੀ, ਸਾਰੀ ਸ੍ਰਿਸ਼ਟੀ ਹੀ ਇਹਨਾਂ ਵਿਕਾਰਾਂ ਦੇ ਵਿੱਚ ਖਚਤ ਹੋਈ ਪਈ ਹੈ। ਰਹਾਉ ਜਿਨੀ ਨਾਮ ਵਿਸਾਰਿਆ, ਦੂਜੀ ਕਾਰ ਲਾਗਾ। ਜਿਹੜੇ ਨਾਮ ਨੂੰ ਭੁੱਲ ਗਏ, ਗੁਰੂ ਨੂੰ ਭੁੱਲ ਗਏ, ਪਰਮੇਸ਼ਰ ਨੂੰ ਭੁੱਲ ਗਏ। ਬਾਰਾਮਾਹ 'ਚ ਇੱਕ ਸ਼ਬਦ ਆਉਂਦਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਪਤਾ ਸਭ ਨੂੰ, ਰੱਬ ਨੂੰ ਭੁੱਲਣ ਦੇ ਨਾਲ ਰੋਗ ਵਿਆਪਦੇ ਨੇ, ਪਰਮੇਸ਼ਰ ਨੂੰ ਭੁੱਲਣ ਦੇ ਨਾਲ ਰੋਗ ਲੱਗਦੇ ਨੇ, ਦੁੱਖ ਲੱਗਦੇ ਨੇ। ਦੁੱਖ ਤਦੇ ਜਾਂ ਵਿਸਰ ਜਾਵੇ, ਦੁੱਖ ਤੇ ਹੈ ਹੀ ਉਦੋਂ ਜਦੋਂ ਰੱਬ ਭੁੱਲ ਗਿਆ। ਭੁੱਖ ਵਿਆਪੈ ਬਹੁ ਬਿਦਤਾਵੈ, ਭੁੱਖ ਉਦੋਂ ਜਦੋਂ ਭਟਕਣਾ ਵਿੱਚ ਪਿਆ, ਉੱਧਰ ਵੀ ਚਲਾ ਗਿਆ, ਉੱਧਰ ਵੀ ਚਲਾ ਗਿਆ, ਗੁਰੂ ਦੀ ਸ਼ਰਨ ਵਿੱਚ ਨਾ ਆਇਆ, ਦੌੜ ਭੱਜ ਦੇ ਵਿੱਚ ਹੀ ਲੱਗਾ ਰਿਹਾ।
ਸਤਿਗੁਰੂ ਕਹਿੰਦੇ ਜਿਹਨੇ ਦੂਜੀ ਕਾਰ ਹੈ, ਦੂਜੇ ਕਾਰ ਵਿਹਾਰ ਦੇ ਵਿੱਚ, ਹੋਰ ਕੰਮਾਂ ਦੇ ਵਿੱਚ, ਅਵਰ ਕਾਜ ਤੇਰਾ ਕਿਤੇ ਨਾ ਕੰਮ। ਹੁਣ ਅਵਰ ਕਾਜ ਕੀ ਹੈ? ਅਵਰ ਕਾਜ ਇਹ ਨਹੀਂ ਵੀ ਸੰਸਾਰਕ ਪੱਖ ਦਾ ਕੰਮ ਧੰਦਾ ਨਹੀਂ ਕਰਨਾ, ਤੂੰ ਆਪਣੀ ਕਿਰਤ ਨਹੀਂ ਕਰਨੀ, ਪਰ ਉਹ ਕਿਰਤ ਅਵਰ ਕਾਜ ਤਾਂ ਹੈ ਜੇ ਉਸ ਕਿਰਤ ਵਿੱਚ ਕਰਤੇ ਦੀ ਯਾਦ ਨਹੀਂ ਹੋ। ਕਿਰਤ ਵਿੱਚ ਕਰਤੇ ਦੀ ਯਾਦ ਹੈ ਤਾਂ ਇਹ ਅਵਰ ਕਾਜ ਨਹੀਂ ਹੋ। ਕਿਰਤ ਵਿੱਚ ਕਰਤੇ ਦੀ ਯਾਦ ਹੈ, ਤੈਨੂੰ ਅਵਰ ਕਾਜ ਨਹੀਂ ਆਖਿਆ ਜਾਂਦਾ। ਕਿਰਤ ਵਿੱਚ ਕਰਤੇ ਦੀ ਯਾਦ ਹੀ ਨਹੀਂ ਹੋ, ਕਰਤਾ ਚੇਤੇ ਹੀ ਨਹੀਂ, ਫਿਰ ਉਹ ਅਵਰ ਕਾਜ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਨੇ ਨਾਮ ਨੂੰ ਭੁੱਲ ਕੇ ਹੋਰ ਕੰਮਾਂ ਕਾਰਾਂ ਵਿਹਾਰਾਂ ਵਿੱਚ ਲੱਗ ਕੇ, ਹੋਰ ਝੂਠੇ ਧੰਦਿਆਂ ਦੇ ਵਿੱਚ ਲੱਗ ਕੇ, ਦੁਬਦਾ ਲਾਗੇ ਪਚ ਮੁਏ ਅੰਤਰ ਤ੍ਰਿਸ਼ਨਾ ਅੱਗ। ਦੁਬਦਾ, ਦੋ ਚਿੱਤੀ, ਦੁਬਦਾ ਪਾਣਾ, ਰੱਬ ਪਰਥਾਏ ਵੀ, ਗੁਰੂ ਪਰਥਾਏ ਵੀ, ਪਰਮੇਸ਼ਰ ਪਰਥਾਏ ਵੀ ਦੁਬਦਾ, ਸੰਸਾਰ ਪਰਥਾਏ ਵੀ ਦੁਬਦਾ। ਦੁਬਦਾ ਦਾ ਭਾਵ ਹੈ ਦੋ ਪਾਸੇ ਮਲ ਹੋਣਾ। ਰੱਬ ਹੈ ਵੀ ਹੈ, ਨਹੀਂ ਵੀ ਹੈ ਕਹਿੰਦੇ। ਸੰਸਾਰ ਨੂੰ ਸੱਚ ਵੀ ਸਮਝਿਆ ਬਹੁਤਾਤ ਵਿੱਚ, ਪਰ ਕਦੇ ਕਦੇ ਸਮਝਦੇ ਹਾਂ ਵੀ ਸੰਸਾਰ ਝੂਠ ਹੈ ਝੂਠ, ਪਰ ਸਮਝਿਆ ਸੱਚ ਹੋਇਆ ਕਦੇ ਕਿਤੇ। ਕਦੋਂ ਜਦੋਂ ਕਿਤੇ ਸੁੰਨੀ ਦੀ ਡਰਾਵਣੀ ਵੇਖ ਲਈਏ ਨਾ, ਉਦੋਂ ਐਂ ਜਾਪਦਾ, ਐਂ ਲੱਗਦਾ ਵੀ ਇਹ ਸੰਸਾਰ ਝੂਠਾ ਹੈ। ਤੇ ਸਤਿਗੁਰੂ ਜੀ ਤੇ ਨਿਤਾ ਪ੍ਰਤੀ ਬਚਨ ਕਹਿੰਦੇ ਪਏ ਨੇ ਵੀ ਇਹ ਸੰਸਾਰ ਝੂਠਾ ਹੈ, ਜਗ ਰਚਨਾ ਸਭ ਝੂਠ ਹੈ। ਜਾਣ ਲਿਓ ਰੇ ਮੀਤ। ਅਸੀਂ ਕਦੇ ਕਦੇ ਇਹ ਗੱਲ ਨੂੰ ਮੰਨਦੇ ਹਾਂ, ਕੁਛ ਕੁ ਸਮੇਂ ਵਾਸਤੇ, ਉਹ ਵੀ ਪੱਕੇ ਤੌਰ ਤੇ ਨਹੀਂ। ਸਤਿਗੁਰੂ ਜੀ ਨੇ ਆਖਿਆ ਮਾਣ ਨਾ ਕਰੀ, ਹੈ ਝੂਠ ਹੀ। ਇਹ ਸੰਸਾਰ ਹੈ ਝੂਠ ਹੀ, ਨਿਹਰਾ ਹੀ ਝੂਠ ਦਾ ਪਲੰਦਾ। ਜੇ ਇਹਦੀ ਵਿਆਖਿਆ ਕਰਨੀ ਹੋਵੇ ਵੀ ਝੂਠ ਹੈ ਕੀ, ਤੇ ਵਿਆਖਿਆ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਕੀ ਆਖੋਗੇ। ਹੁਣ ਸਮਾਂ ਸੀਮਤ ਹੈ, ਮੈਂ ਸਾਰਾ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਾਂ, ਇੰਨਾ ਸਮਾਂ ਨਹੀਂ। ਪਰ ਇੱਕੋ ਵਚਨ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਵੀ ਜਗ ਰਚਨਾ ਸਭ ਝੂਠ ਹੈ। ਜਾਣ ਰਹਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਪੀਤ। ਇਹ ਤੇ ਰੇਤ ਵਰਗਾ ਹੈ, ਰੇਤ ਦੀ ਕੰਧ ਕਦੇ ਠਹਿਰੀ ਰਹਿ ਸਕਦੀ ਹੈ। ਇਹ ਜਗ ਦੀ ਰਚਨਾ ਇਹਦੇ ਨਾਲ ਜੁੜਿਆ ਹੋਇਆ। ਤੂੰ ਦੇਹ ਦਾ ਮਾਣ ਕਰਨਾ ਤੂੰ। ਸਤਿਗੁਰੂ ਪਾਤਸ਼ਾਹ ਆਖਣ ਲੱਗੇ, ਦੁਬਦਾ ਲਾਗੇ ਪਚ ਮੁਵੇ ਅੰਤਰ ਤ੍ਰਿਸ਼ਨਾ ਅੱਗ। ਦੁਬਦਾ ਦੇ ਵਿੱਚ ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੋਹ। ਇੱਕ ਸਹਾਰ ਕੇ ਨਾਮ ਬਿਨ ਅੱਗਾ ਲੱਗਿਆ ਖੋਏ। ਨਾਮ ਤੋਂ ਬਗੈਰ ਖੋ ਲਿਆ ਜਾਣਾ ਸਭ ਕੁਛ, ਜਿੰਨੇ ਮਰਜ਼ੀ ਕੋਈ ਕਰਮ ਕਾਂਡ ਕਰੀ ਜਾਵੇ। ਗੁਰ ਰਾਖੇ ਸੇ ਉਬਰੇ। ਹੁਣ ਵੇਖਿਓ, ਇੱਥੇ ਆ ਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਚੇ ਕੌਣ? ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ। ਉਬਰੇ, ਬਚ ਗਏ। ਕੌਣ ਬਚੇ? ਜੇ ਕੋ ਡੁਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਕੋ ਡੁੱਬਦਾ ਹੋਵੇ, ਆਵਾਜ਼ ਮਾਰੇ ਉਹਨੂੰ, ਚੇਤੇ ਕਰੇ ਉਹਨੂੰ, ਯਾਦ ਕਰੇ। ਉਦੋਂ ਵੀ ਸਾਰ ਲੈ ਲੈਂਦਾ ਵੀ ਆ ਜਾ ਭਾਈ, ਕੋਈ ਗੱਲ ਨਹੀਂ, ਯਾਦ ਤੇ ਕੀਤਾ, ਤੂੰ ਪੁਕਾਰਿਆ ਤੇ ਸਹੀ, ਤੂੰ ਆਵਾਜ਼ ਤੇ ਮਾਰੀ ਨਾ। ਪਰ ਆਪਾਂ ਤੇ ਵਿਕਾਰਾਂ ਦੇ
ਖੂਹ ਦੇ ਵਿੱਚ ਡੁੱਬਦੇ, ਮੋਹ ਮਾਇਆ ਦੇ ਸਾਗਰ ਦੇ ਵਿੱਚ ਡੁੱਬਦੇ ਜਾ ਰਹੇ ਆ ਤੇ ਪੁਕਾਰਦੇ ਫਿਰ ਨਹੀਂ ਪਏ, ਆਵਾਜ਼ ਫਿਰ ਨਹੀਂ ਦਿੰਦੇ ਪਏ। ਭਗਤ ਕਬੀਰ ਜੀ ਕਹਿੰਦੇ ਆਵਾਜ਼ ਦਿਆ ਕਰ, ਪੁਕਾਰਿਆ ਕਰ। ਤੂੰ ਸਾਰ ਤਾਂ ਹੀ ਹੋਵੇਗੀ ਨਾ ਜੇ ਤੂੰ ਪੁਕਾਰੇਂਗਾ, ਜੇ ਤੂੰ ਆਵਾਜ਼ ਦੇਂਗਾ। ਤੇ ਪੁਕਾਰਨਾ ਕਦੋਂ? ਕਹਿੰਦੇ ਹਰ ਵਕਤ ਪੁਕਾਰੀ ਚੱਲ। ਕਬੀਰ ਕੇਸੋ ਕੇਸੋ ਕੁਕੀਆ, ਕੇਸੋ ਕੇਸੋ ਕੁਕੀਆ, ਨਾ ਸੋਈਐ ਆਸਾਰ, ਨਾ ਸੋਈਐ ਆਸਾਰ। ਰਾਤ ਦਿਵਸ ਕੇ ਕੁਕਣੇ, ਰਾਤ ਦਿਵਸ ਕੇ ਕੁਕਣੇ। ਕਬਹੂ ਕੇ ਸੁਣੈ ਪੁਕਾਰ, ਕਬਹੂ ਕੇ ਸੁਣੈ ਪੁਕਾਰ। ਤੂੰ ਪੁਕਾਰੀ ਚੱਲ ਹਾਂ, ਤੂੰ ਆਵਾਜ਼ ਦਿੱਤੀ ਚੱਲ ਹਾਂ, ਤੂੰ ਕਰੀ ਚੱਲ ਵਾਹਿਗੁਰੂ 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 ਵਾਹਿਗੁਰੂ। ਗੁਰ ਰਾਖੇ ਸਿਉਬਰੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਗੁਰੂ ਨੇ ਬਚਾ ਲਿਆ, ਉਹਨੂੰ ਗੁਰੂ ਬਚਾਏਗਾ ਕਿਹਨਾਂ ਨੂੰ? ਨਾਲੇ ਵੀ ਤੇ ਸਵਾਲ ਹੈ ਨਾ। ਜਿਹੜੇ ਗੁਰੂ ਨੂੰ ਪੁਕਾਰਦੇ ਨੇ, ਜਿਹੜੇ ਗੁਰੂ ਨੂੰ ਆਵਾਜ਼ਾਂ ਮਾਰਦੇ ਪਏ ਨੇ, ਜਿਹੜੇ ਗੁਰੂ ਨੂੰ ਚੇਤੇ ਕਰਦੇ ਪਏ ਨੇ। ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਉਹਨੂੰ ਚੋਰਾ ਹੀ ਕਾਹਦਾ। ਬਚੇ ਕੌਣ? ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ। ਤੇ ਸਤਿਗੁਰੂ ਕਹਿੰਦੇ ਹੋਰ ਮੁੱਠੀ ਧੰਦਾ ਠਾਗਾ। ਔਰ ਸਾਰੀ ਸ੍ਰਿਸ਼ਟੀ ਧੰਦਿਆਂ ਵਿੱਚ ਹੀ ਖਚਤ ਹੋਈ ਪਈ ਹੈ। ਸਭ ਧੰਦਾ ਹੈ, ਇੱਕ ਸਬਿਨ ਸਭ ਧੰਦ ਹੈ। ਆਖੋ ਜੇ ਇੱਥੇ ਇਹ ਸਵਾਲ ਹੋ ਜਾਏ ਵੀ ਧੰਦਾ ਕੀ ਹੈ, ਕਿਹਨੂੰ ਕਿਹਨੂੰ ਧੰਦਾ ਕਹਿੰਦੇ ਨੇ, ਵੀ ਧੰਦੇ ਦੀ ਵਿਆਖਿਆ ਕਰੋ। ਤੇ ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਤੇ ਵੀ ਕਟਾਕਸ਼ ਕਰਤਾ ਭਗਤ ਜੀ ਨੇ। ਉਹ ਕਹਿੰਦੇ ਗਿਆਨੀ ਧਿਆਨੀ ਬਹੁ ਉਪਦੇਸ਼ੀ, ਇਹ ਜਗ ਸਗਲੋ ਧੰਦਾ। ਜੇ ਭਾਵਨਾ ਨਹੀਂ, ਜੇ ਪਿਆਰ ਨਹੀਂ, ਜੇ ਸ਼ਰਧਾ ਨਹੀਂ, ਸਤਿਕਾਰ ਨਹੀਂ, ਉਪਦੇਸ਼ ਵੀ ਧੰਦਾ ਹੈ, ਗਿਆਨ ਵੀ ਧੰਦਾ ਹੈ। ਜੇ ਸ਼ਰਧਾ ਨਹੀਂ, ਜੇ ਭਰੋਸਾ ਨਹੀਂ, ਜੇ ਆਪਣਾ ਹੀ ਭਰੋਸਾ ਨਹੀਂ, ਦੂਜੇ ਦਾ ਕਿੱਥੋਂ ਕਾਇਮ ਹੋਏਗਾ? ਪਹਿਲਾਂ ਤਾਂ ਆਪਣਾ ਭਰੋਸਾ, ਗਿਆਨੀ ਦਾ ਆਪਣਾ ਭਰੋਸਾ ਕਾਇਮ ਹੋਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਉਹ ਬਚ ਗਏ। ਬਾਕੀ ਸਾਰੀ ਸ੍ਰਿਸ਼ਟੀ ਧੰਦਿਆਂ ਦੇ ਵਿੱਚ ਖਚਤ ਹੋਈ ਪਈ ਹੈ। ਮੁਈ ਪ੍ਰੀਤ ਪਿਆਰ ਗਿਆ, ਮੁਆ ਵੈਰ ਵਿਰੋਧ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਉਹਨਾਂ ਦੇ ਹਿਰਦੇ ਤੋਂ ਝੂਠੀ ਪ੍ਰੀਤ ਖਤਮ ਹੋ ਗਈ, ਸੰਸਾਰ ਵਾਲੀ। ਉਹਨਾਂ ਦੇ ਹਿਰਦੇ ਚੋਂ ਪਿਆਰ ਸੰਸਾਰ ਵਾਲਾ ਖਤਮ ਹੋ ਗਿਆ। ਉਹਨਾਂ ਦੇ ਹਿਰਦੇ ਚੋਂ ਵੈਰ ਵਿਰੋਧਤਾ ਮੁੱਕ ਗਈ। ਸਵਾਲ ਤੇ ਕਰਨਾ ਬਣਦਾ ਹੀ ਹੈ ਨਾ ਆਪਣੇ ਆਪ ਤੇ। ਸਤਿਗੁਰੂ ਜੀ ਨੇ ਨਿਸ਼ਾਨੀ ਜੋ ਯਾਦ ਰੱਖਤੀ, ਦੱਸਤੀ ਵੀ ਗੁਰ ਰਾਖੇ ਕੌਣ ਨੇ। ਉਹਨਾਂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਸੰਸਾਰਕ ਪੱਖ ਦੇ ਪਿਆਰ ਤੋਂ, ਪਰਿਵਾਰਕ ਪੱਖ ਦੇ ਪਿਆਰ ਤੋਂ ਉੱਪਰ ਉੱਠ ਗਏ, ਵੈਰ ਵਿਰੋਧਤਾ ਤੋਂ ਉੱਪਰ ਉੱਠ ਗਏ। ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੋ। ਗੁਰ ਰਾਖੇ ਇਹ ਨਿਸ਼ਾਨੀ ਉਹਨਾਂ ਦੇ। ਮੁਆ ਵੈਰ ਵਿਰੋਧ, ਧੰਦਾ ਥਕਾ ਹਾਂ ਮੋਈ।
ਮਮਤਾ ਮਾਇਆ ਕ੍ਰੋਧ। ਉਹ ਧੰਦਿਆਂ ਵੱਲੋਂ ਉਪਰਾਮ ਹੋ ਗਏ, ਥੱਕ ਗਏ। ਕੌਣ? ਗੁਰ ਰਾਖੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ। ਉਹ ਧੰਦਿਆਂ ਵੱਲੋਂ ਉਪਰਾਮ, ਉੱਪਰ, ਧੰਦਿਆਂ ਤੋਂ ਉੱਪਰ ਉੱਠ ਗਏ। ਇਹਦਾ ਭਾਵ ਇਹ ਨਹੀਂ ਵੀ ਉਹਨਾਂ ਨੇ ਧੰਦਾ ਛੱਡਤਾ, ਉਹਨਾਂ ਨੇ ਕੰਮਕਾਰ ਛੱਡਤਾ, ਉਹਨਾਂ ਨੇ ਕਾਜ ਵਿਹਾਰ ਛੱਡਤਾ, ਪਰ ਉਹਨਾਂ ਧੰਦੇ ਦੀ ਪਕੜ ਛੱਡਤੀ। ਧੰਦਾ ਛੱਡਣਾ ਹੋਰ ਗੱਲ ਹੈ, ਧੰਦੇ ਦੀ ਪਕੜ ਛੱਡਣੀ ਹੋਰ ਗੱਲ ਹੈ। ਮਾਇਆ ਛੱਡਣ ਵਾਲੇ ਬੜੇ ਹੋਏ। ਭਗਤ ਜੀ ਨੇ ਉਹਨਾਂ ਤੇ ਕਟਾਕਸ਼ ਕੀਤਾ। ਕਹਿਣ ਲੱਗੇ ਫਿਰ ਕੀ ਹੋ ਗਿਆ? ਜੇ ਮਾਇਆ ਤੁਸੀਂ ਛੱਡਤੀ ਹੈ ਤਾਂ ਕੋਈ ਵੱਡੀ ਗੱਲ ਥੋੜ੍ਹਾ। ਆਖੋ ਵੀ ਇਹ ਤਾਂ ਬੜੀ ਵੱਡੀ ਗੱਲ ਹੈ, ਮਾਇਆ ਛੱਡਣੀ ਸੌਖੀ ਹੈ। ਭਗਤ ਜੀ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ। ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ। ਮਾਣ ਤੇ ਛੱਡਿਆ ਹੀ ਨਹੀਂ, ਹਉਮੈ ਤੇ ਛੱਡੀ ਹੀ ਨਹੀਂ, ਹੰਕਾਰ ਤੇ ਛੱਡਿਆ ਹੀ ਨਹੀਂ। ਮੈਨੂੰ ਇੱਕ ਘਟਨਾ ਚੇਤੇ ਆਈ। ਇੱਕ ਸਮਰਾਟ ਮਹਾਤਮਾ ਬੁੱਧ ਦੇ ਸਨਮੁਖ ਜਾਣ ਵਾਸਤੇ ਤਿਆਰ ਹੋਇਆ। ਘਰ ਵਾਲੀ ਉਹਨਾਂ ਦੀ ਸ਼ਰਧਾਲੂ ਸੀ। ਘਰ ਤੋਂ ਤੁਰਨ ਲੱਗਾ ਤੇ ਮਨ ਦੇ ਵਿੱਚ ਵਿਚਾਰ ਆਈ, ਖਾਲੀ ਹੱਥ ਨਾ ਜਾਵਾਂ, ਕੁਛ ਲੈ ਜਾ। ਇਹਨੇ ਇੱਕ ਬੇਸ਼ੁਮਾਰ ਕੀਮਤੀ ਹੀਰਾ ਲਿਆ। ਘਰ ਵਾਲੀ ਨੇ ਵੇਖਿਆ ਹੀਰਾ ਲਿਆ, ਉਹਨਾਂ ਆਖਿਆ ਉਹ ਤਾਂ ਆਪ ਹੀਰਿਆਂ ਦੇ ਮਾਲਕ ਸੀ, ਹੀਰੇ ਛੱਡਤੇ ਉਹਨਾਂ ਨੇ। ਫਿਰ ਵੀ ਲੈ ਲਿਆ। ਜਾਂਦੇ ਜਾਂਦੇ ਨੇ ਰਸਤੇ 'ਚੋਂ ਫੁੱਲ ਲਏ ਵੀ ਚਲੋ ਇਹ ਤੇ ਪ੍ਰੇਮ ਦਾ ਪ੍ਰਤੀਕ ਨੇ ਫੁੱਲ। ਤੇ ਜਾ ਪਹੁੰਚਿਆ, ਸਭਾ ਸਜੀ ਹੈ। ਹਾਲੇ ਉਹ ਅੰਦਰ ਪ੍ਰਵੇਸ਼ ਹੀ ਹੋਇਆ ਹੈ ਤੇ ਉਧਰੋਂ ਆਵਾਜ਼ ਆ ਗਈ ਵੀ ਸਿੱਟ ਦੇ। ਮਨ ਦੇ ਵਿੱਚ ਵਿਚਾਰ ਆਈ ਵੀ ਘਰ ਵਾਲੀ ਨੇ ਆਖਿਆ ਸੀ ਵੀ ਹੀਰਾ ਨਾ ਲੈ ਕੇ ਜਾਈ, ਇਹ ਹੀਰਾ ਸੱਟਣ ਵਾਸਤੇ ਕਹਿੰਦੇ ਪਏ ਨੇ। ਹੁਣ ਸਭਾ ਦੇ ਵਿੱਚ ਜਦੋਂ ਆਵਾਜ਼ ਆਈ ਸਿੱਟ ਦੇ, ਸਿੱਟਣਾ ਪਿਆ, ਹੀਰਾ ਸਿੱਟਤਾ। 2-4 ਕਦਮ ਅੱਗੇ ਵੱਧ ਗਿਆ, ਉਹਨਾਂ ਫੇਰ ਆਖਿਆ ਸਿੱਟ ਦੇ। ਕਹਿੰਦਾ ਹੁਣ ਫੁੱਲ ਸਿੱਟਣ ਵਾਸਤੇ ਕਹਿੰਦੇ ਪਏ ਨੇ। ਜਿੱਥੇ ਬੇਸ਼ੁਮਾਰ ਕੀਮਤੀ ਹੀਰਾ ਸਿੱਟਤਾ ਤੇ ਫੁੱਲਾਂ ਦੀ ਤੇ ਕੀਮਤ ਹੀ ਕੁਛ ਨਹੀਂ, ਉਹ ਵੀ ਸਿੱਟਦੇ। 2 ਕਦਮ ਹੋਰ ਅੱਗੇ ਵਧਿਆ, ਆਵਾਜ਼ ਫੇਰ ਆ ਗਈ ਸਿੱਟ ਦੇ। ਆਖਣ ਲੱਗਾ 2 ਚੀਜ਼ਾਂ ਲੈ ਕੇ ਆਇਆ ਸੀ, ਦੋਵੇਂ ਹੀ ਸਿੱਟਤੀਆਂ। ਉਹਨਾਂ ਆਖਿਆ ਨਹੀਂ, ਜਿਹੜਾ ਹੰਕਾਰ ਲੈ ਕੇ ਆਇਆ ਸਮਰਾਟ ਪੁਣੇ ਦਾ ਨਾਲ, ਹੀਰਾ ਸੱਟਣ ਵਾਸਤੇ ਤੇ ਆਖਿਆ ਹੀ ਨਹੀਂ ਤੈਨੂੰ, ਫੁੱਲ ਸੱਟਣ ਵਾਸਤੇ ਤੇ ਆਖਿਆ ਹੀ ਨਹੀਂ। ਸਿੱਟਣਾ ਤੇ ਆਪਣੇ ਹੰਕਾਰ ਨੂੰ ਸਿੱਟ। ਉਹੋ ਹੀ ਨਹੀਂ ਸਿੱਟ ਸਕਦੇ, ਉਹੋ ਹੀ ਨਹੀਂ ਸੱਟਿਆ ਜਾਂਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ। ਉਹ ਧੰਦਿਆਂ ਤੋਂ, ਉਹ ਮੋਹ ਤੋਂ, ਉਹ ਮਾਇਆ ਤੋਂ, ਹੰਕਾਰ ਤੋਂ ਉੱਪਰ ਉੱਠ ਗਏ। ਧੰਦਾ ਕਰਦੇ ਨੇ, ਕਿਰਤ ਕਰਦੇ ਨੇ, ਕੰਮ ਕਰਦੇ ਨੇ, ਮਾਇਆ ਵਿੱਚ ਵਿਚਰਦੇ ਨੇ, ਪਰ ਮਾਇਆ ਵਿੱਚ ਨਿਰਲੇਪ ਰਹਿੰਦੇ ਨੇ। ਹਉਮੈ ਧੰਦਾ ਥੱਕਾ ਹਉਮ ਹੋਈ, ਮਮਤਾ ਮਾਇਆ ਕ੍ਰੋਧ, ਕਰਮ ਮਿਲੇ ਸੱਚ ਪਾਈਐ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰਮ ਕਹੀਏ ਬਖਸ਼ਿਸ਼। ਗੁਰੂ ਦੀ ਬਖਸ਼ਿਸ਼ ਹੋਵੇ ਤੇ ਤਾਂ ਸੱਚ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਕਰਮ ਦੇ ਅਰਥ ਆਪਾਂ ਸੰਸਾਰਕ ਪੱਖ ਵਾਲੇ ਕਰਮ ਨਹੀਂ ਕਰਾਂਗੇ। ਇੱਥੇ ਕਰਮ ਦੇ ਮੰਮੇ ਨੂੰ ਸਿਆਰੀਏ ਬਖਸ਼ਿਸ਼। ਪਰਮੇਸ਼ਰ ਦੀ ਬਖਸ਼ਿਸ਼ ਹੋਵੇ, ਕਿਰਪਾ ਹੋਵੇ, ਰਹਿਮਤ ਹੋਵੇ ਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਨ੍ਹਾਂ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ, ਗੁਰਮੁਖ ਸਦਾ ਨਿਰੋਧ, ਉਹਨਾਂ ਦਾ ਮੁਖ ਸਦਾ ਹੀ ਗੁਰੂ ਦੇ ਵੱਲੇ ਰਹਿੰਦਾ। ਗੁਰਮੁਖ ਦਾ ਭਾਵ ਹੀ ਇਹ ਹੈ
ਵੀ ਜਿਹੜਾ ਮੁਖ करके सुरत करके मन करके बुद्ध करके विचार करके गुरु वल्ले है। मुख गुरु वल्ले होवे, सुरत किते होर होवे, मुख गुरु वल्ले होवे, मन किते होर होवे, मुख गुरु वल्ले होवे, बुद्ध किते होर होवे, मुख गुरु वल्ले होवे, विचार कोई होर होवे, वो गुरमुख नहीं हो। ਜਿਹੜਾ मन करके सुरत करके बुद्ध करके विचार करके गुरु नाल जुड़िया होया उन्होंने गुरमुख कहते हैं। तो सदा निरोधों सदा विकारां की रुकावट पै जाती है उहदे जीवन विच, वो विकारां वल्लों जानो रुक जाता है। सच्ची कार है सच मिलै गुरमत पल्ले पाए। सच्ची कार करन दे नाल सच्ची कार की है, सुकिरत की है। सच्ची कार नूं सतगुरु जी कहते अंदर सुकिरत करी है, सुकिरत की है सच्ची कार। ते सारा संसार दुकिरत सुकिरत संसार सारा ही कोई सुकिरत विच है कोई दुकिरत विच है। सुकिरत है सच्ची कार। सच्ची कार वो कार जिहदे विच रब दी याद है, परमेश्वर दी याद है। ਉਹਦੀ याद नाल सच की है परमेश्वर। पर सच्ची कार नाल सच मिलेगा। सच्ची कार है सच मिले, वो आद सच है, जुगाद सच है भी सच, नानक होसी भी सच, हमेशा सच, रब की है सच है। मिलेगा किवें? सच्ची कार नाल, सच्ची किरत दे नाल। किरत विच सच है, सच्ची कार करदा पिया, सच्ची किरत करदा पिया, सच की कमाई करदा पिया, सच की कमाई शब्द की कमाई। सच्ची कार दे नाल सच मिलना है, सच्चा परमेश्वर मिलना है। पर मिलना है गुरु की मत लैके, जिन्हां दे पल्ले गुरु की मत है, गुरमत पल्ले पाए। गुरु समझाउंदा है ना, सतगुरु जी दे रोज़ कहंदे तू गुरु की मत लिया कर, अपनी मत नूं एक पासे रख दे, अपनी समझ नूं एक पासे रख दे, गुरु कोलों समझ लै। पर असीं अपनी नूं विशेष करके वरतदे हां। सुखमणी साहब पढ़िया रोज़, गुर की मत तूं रोज़ ही पढ़दे हैं ना। लेह ए आने भगत बिना बाओ, डूबे सियाने भगती तो बगैर, बंदगी तो बगैर। गुरमत नूं अपने बुद्धि रूपी पल्ले विच बन लै। ते जिन्हें बन लिया, जिहड़ा गुरमत विचारधारा दा धारनी बन गया, ਉਹਦੀ गल करते ने सतगुरु जी। सो नर जम्मै ना मरै, ना आवे ना जाए। ਉਹ जम्मण मरण दे गेड़ तो, ਇਹ जम्मण मरण का गेड़ उन्होंने पैंदा जिन्हों ने इस गल ते ध्यान नहीं दिता भी भाई प्राप्त मानुख दे हुरिया गोबिंद मिलन की ये तेरी बिरिया बरिया ते ध्यान नहीं दिता। जिन्हों ने अपनी वारी खुंझाती, वारी खुंझ जे ना पिंडां विच ना साडे अज भी वैसे है, पहला अज घट गया, पहला बड़ा ज़्यादा सी वारी हुंदी सी पानी दी, खेतां दे विच पानी देना, वारी आउणी, अज ओहदी वारी, अज ओहदी वारी। पर वो कई बारी तब्दील कर ली जाती सी, बदल ली जाती सी भी ऐ कर मेरी वारी ते तूं ला लै, तेरी वारी ते कल नूं मैं पानी दे लांगा। पर वारी को 5-7 दिनों बाद 10 दिनों बाद वारी आउणी। उस वारी की कोई संभावना सी भी 5-7-10 दिनों बाद आएगी आएगी, पर इस वारी का पता नहीं भी मुड़ के आवे कि ना आवे। ये वारी मिली है मनुखा जन्म नूं सफला करन दी। ये देह सुन्नी हो जानी है, खाली हो जानी है, ते मिली तेनों परमेश्वर का नाम जपण वास्ते। ते सतगुरु कहंदे ओ मनुख जन्म मरण दे गेड़ तो निकल जाते ने, जिन्हों ने गुरमत नूं पल्ले पन लिया है। सो नर जम्मै ना मरै ना आवे, ना जाए ना आउंदे ने ना जांदे ने।
ਹੈ ਰੱਬ ਦਾ ਖੇਡ, ਆਵਣ ਜਾਵਣ ਇੱਕ ਖੇਲ ਬਣਾਇਆ। ਹੈ ਰੱਬ ਦਾ ਖੇਡ, ਪਰਮੇਸ਼ਰ ਦੀ ਖੇਡ ਹੈ। ਉਹ ਤੇ ਖੇਡ ਨੂੰ ਖੇਡ ਰਿਹਾ, ਪਰ ਨਾਲ ਸਾਨੂੰ ਸਮਝਾ ਵੀ ਰਿਹਾ, ਮੱਤ ਵੀ ਦੇ ਰਿਹਾ। ਇਹ ਉਦਾਹਰਨਾਂ ਇਹੋ ਜਿਹੀਆਂ, ਜਿਹੜੀ ਉਦਾਹਰਣ ਦਿੱਤੀ ਜਾਂਦੀ ਹੈ ਕਾਹਦੇ ਵਾਸਤੇ? ਸਮਝਣ ਵਾਸਤੇ। ਰਾਨੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੂੰ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਉਦਾਹਰਣ ਕਾਹਦੇ ਵਾਸਤੇ? ਭਗਤ ਫਰੀਦ ਦੀ ਉਦਾਹਰਣ ਕਾਹਦੇ ਵਾਸਤੇ ਦਿੰਦੇ ਨੇ? ਫਰੀਦਾ ਕਿੱਥੇ ਤੇਰੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀ ਨਹੀਂ ਹੋਏ, ਤੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਦੇਹ ਝੂਠੀ ਏ, ਇਹ ਸੰਸਾਰ ਝੂਠਾ ਏ, ਇਹ ਜਗ ਰਚਨਾ ਸਾਰਾ ਕੁਛ ਝੂਠ ਹੈ। ਤੈਨੂੰ ਅੱਜ ਤੱਕ ਪਤਾ ਨਹੀਂ ਲੱਗਾ, ਤੈਨੂੰ ਇਸ ਗੱਲ ਦੀ ਸਮਝ ਤੂੰ ਪਕੜ ਵਿੱਚ ਨਹੀਂ ਲਿਆ ਵੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਜਿੰਨੇ ਪਕੜ ਵਿੱਚ ਲੈ ਲਿਆ ਇਹ ਸਤਿਗੁਰੂ ਕਹਿੰਦੇ ਨੇ ਉਹ ਮਨੁੱਖ ਜਨਮ ਮਰਨ ਦੇ ਗੇੜ ਤੋਂ ਉੱਪਰ ਉੱਠ ਜਾਂਦੇ ਨੇ। ਕੱਲਾ ਜਨਮ ਮਰਨ ਦੇ ਗੇੜ ਤੋਂ ਉੱਪਰ ਹੀ ਨਹੀਂ ਉੱਠਦੇ। ਨਾਨਕ ਦਰ ਪ੍ਰਧਾਨ ਸੋ, ਉਹਦੇ ਦਰ ਤੇ, ਮਾਲਕ ਦੇ ਦਰ ਤੇ ਉਹ ਸੁਰਖਰੂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ। ਕਹਿੰਦੇ ਉਸ ਦੇ ਦਰ ਤੇ ਉਹ ਸੁਰਖਰੂ ਹੋ ਕੇ, ਦਰਗਾਹ ਪੈਦਾ ਜਾਏ, ਸੁਹਾਵਣੇ ਹੋ ਕੇ, ਸੁਰਖਰੂ ਹੋ ਕੇ ਜਾਂਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬੰਦਗੀ ਦੁਆਰਾ ਜੀਵਿਆ, ਸੱਚ ਦੁਆਰਾ ਜੀਵਿਆ, ਬਾਣੀ ਦੁਆਰਾ ਜੀਵਿਆ। ਜਿਉਂਦੇ ਤੇ ਪਸ਼ੂ ਵੀ ਨੇ, ਜਿਉਂਦੇ ਤੇ ਪੰਛੀ ਵੀ ਨੇ। ਘਰ ਤੇ ਪਸ਼ੂ ਵੀ ਜਾਨਵਰ ਵੀ ਬਣਾ ਲੈਂਦੇ ਨੇ, ਘਰ ਤੇ ਪੰਛੀ ਵੀ ਬਣਾ ਲੈਂਦੇ ਨੇ, ਬੱਚੇ ਤੇ ਉਹਨਾਂ ਦੇ ਵੀ ਹੁੰਦੇ ਨੇ। ਪਰ ਮਨੁੱਖ ਦੇ ਵਿੱਚ ਵਿਲੱਖਣਤਾ ਕਾਹਦੀ ਹੋਈ? ਫਿਰ ਉਹਨਾਂ ਨੇ ਵੀ ਘਰ ਬਣਾਇਆ, ਇਹਨੇ ਵੀ ਬਣਾ ਲਿਆ, ਉਹਨਾਂ ਨੇ ਬੱਚੇ ਪੈਦਾ ਕੀਤੇ, ਇਹਨੇ ਵੀ ਕਰ ਲਏ। ਵੱਖਰਾਪਨ ਕੀ ਹੈ? ਮਨੁੱਖ ਤੈਨੂੰ ਸਾਰੀ ਜੋਨੀਆਂ ਦਾ ਸਰਦਾਰ ਬਣਾਇਆ ਤੇ ਪਰਮੇਸ਼ਰ ਦੀ ਬੰਦਗੀ ਵਾਸਤੇ ਇਸ ਸੰਸਾਰ ਦੇ ਵਿੱਚ ਤੂੰ ਆਇਆ ਹੈ। ਇਹ ਦੇਹ ਦਾ ਮਾਣ ਨਾ ਕਰੀ। ਇੱਕ ਦਿਨ ਇਸ ਦੇਹ ਨੇ, ਜਿੰਦ ਤੈਨੂੰ ਦੇਹ ਨੇ ਛੱਡ ਜਾਣਾ ਹੈ। ਦੇਹ ਤੈਨੂੰ ਇਸ ਜਿੰਦ ਨੇ ਛੱਡ ਜਾਣਾ ਹੈ ਦੋ ਵੱਖ ਵੱਖ ਹੀ। ਜੇ ਤੂੰ ਸੁਰਖਰੂ ਹੋਣਾ ਚਾਹੁੰਦਾ ਹੈ ਤੇ ਫਿਰ ਇਸ ਬਚਨ ਨੂੰ ਪਕੜ ਵਿੱਚ ਲੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਨਹੀਂ ਤਾਂ ਜਨਮ ਬਿਰਥਾ ਜਾਤ। ਰੰਗ ਮਾਇਆ ਕੈ ਜਪ ਤਪ ਸੰਜਮ। ਸਤਿਗੁਰ ਕਹਿੰਦੇ ਫਿਰ ਬੇਨਤੀ ਕਰਦਿਆ ਕਰ, ਅਰਦਾਸ ਕਰਿਆ ਕਰ, ਆਖਿਆ ਕਰ ਜਪ ਤਪ ਸੰਜਮ। ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਆਖਿਆ ਕਰ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਤੇਰੀ ਸ਼ਰਨ ਆਇਆ, ਤੂੰ ਸ਼ਰਨ ਆਇਆਂ ਦੀ ਲਾਜ ਰੱਖ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਸਾਨੂੰ ਗੁਰੂ ਬਚਨਾਂ ਦੀ ਸਮਝ ਆ ਜਾਵੇ ਤਾਂ ਜੋ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ, ਇਹ ਅਵਸਥਾ ਨੂੰ ਪ੍ਰਾਪਤ ਹੋ ਜਾਈਏ। ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਸਾਹਿਬ ਜੀ ਦਾ, ਔਰ ਮੇਰੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਰਾਂ ਦਾ। ਸਤਿਗੁਰੂ ਜੀ ਕਿਰਪਾ ਕਰਨ, ਸਭ ਨੂੰ ਚੜ੍ਹਦੀ ਕਲਾ। ਮੇਰੇ ਸਾਰੇ ਗ੍ਰੰਥੀ ਵੀਰ ਸਾਹਿਬਾਨਾਂ ਦਾ, ਸੇਵਾਦਾਰ ਸਾਹਿਬਾਨਾਂ ਦਾ, ਔਰ ਸਮੁੱਚੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਸਦਕਾ ਸਤਿਗੁਰੂ ਜੀ ਨੇ ਆਪ ਮਤ ਸਮਤ ਦੇ ਕੇ, ਤੁਛ ਜੀ ਬੁੱਧੀ ਦੇ ਕੇ, ਵਿਚਾਰ ਦੀ ਸਤਿਗੁਰੂ ਜੀ ਨੇ ਸਮਝ ਬਖਸ਼ਿਸ਼ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।